ਨਾ ਵਿਕਾਰ। ਮੈਂ ਕਿਹਾ ਹਾਂ, ਕਹਿੰਦੇ ਮੈਂ ਬ੍ਰਹਮ ਹਾਂ। ਸੋ ਹੰਗ ਦਾ ਜਾਪ ਇੱਥੇ ਜਾ ਕੇ ਹੁੰਦਾ। ਉਹ ਪਹਿਲਾਂ ਹੀ ਕਈ ਸ਼ੁਰੂ ਕਰ ਲੈਂਦੇ ਨੇ। ਇਹ ਨਹੀਂ ਕਿਸੇ ਦੇ ਮਗਰ ਲੱਗਣਾ। ਜੇ ਕੋਈ ਸੋਹੰਗ ਮਹਾਰਾਜ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ, ਜਾ ਕਉ ਕਹਿੰਦੇ ਸੋਈ ਫਿਰਕੈ ਤੂੰ ਭਇਆ, ਜਾ ਕਉ ਕਹਿਤਾ ਔਰ। ਜਿਹਨੂੰ ਕਹਿੰਦਾ ਸੀ ਉਹ ਰੱਬ ਹੋਰ ਹੈ, ਉਹ ਤਾਂ ਤੂੰ ਹੀ ਬਣ ਗਿਆ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਉਹ ਹੁਣ ਤਾਂ ਤੁਸੀਂ ਹੋ, ਮੈਂ ਤਾਂ ਇੱਥੋਂ ਮੁੱਕ ਹੀ ਚੁੱਕਿਆ ਹਾਂ, ਖਤਮ ਹੋ ਚੁੱਕਿਆ ਹਾਂ। ਤਾਈਓ 10ਵੇਂ ਪਾਤਸ਼ਾਹ ਨੇ ਕਿਹਾ ਜਲੇ ਹਰੀ ਥਲੇ ਹਰੀ ਉਬੇ ਹਰੀ ਨਭੇ ਹਰੀ, ਜਲਸ ਤੂੰ ਹੀ ਨਦਸ ਤੂੰ ਹੀ ਨਦਸ ਤੂੰ ਹੀ ਕਰਕੇ ਸਾਰਾ ਤੂੰ ਹੀ 16,000 ਵਾਰੀ ਕਹਿਤਾ। ਕਿੰਨੀ ਵਾਰੀ ਹੋ ਗਿਆ ਭਾਈ ਮਨੀ ਸਿੰਘ ਜੀ? ਹਾਂ, ਤੂੰ ਹੀ ਮਹਾਰਾਜ ਜੀ 16,000 ਵਾਰ। ਕਹਿੰਦੇ ਇਹ ਤਾਂ ਦਸਮ ਗ੍ਰੰਥ ਦੀ ਤੇ ਫਿਰ ਪੋਥੀ ਬਹੁਤ ਵੱਡੀ ਹੋ ਜਾਣੀ ਭਾਈ। ਇਸ ਕਰਕੇ ਤੂੰ ਸਾਰਾ ਕੱਟ ਕੇ 16 ਵਾਰੀ ਰੱਖ ਲੈ। ਜਿਹੜਾ ਸਿੱਖ 16 ਵਾਰੀ ਤੂੰ ਹੀ ਕਹੂਗਾ, ਉਹਨੂੰ 16,000 ਵਾਰੀ ਦਾ ਫਲ ਮਿਲ ਜਾ ਕਰੂਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਗਿਆਨ ਦੀ ਦਾਤ ਬਖਸ਼ੀ ਹੈ। ਕਈਆਂ ਨੂੰ ਸਮਝ ਵੀ ਨਹੀਂ ਲੱਗਣਾ। ਕਈ ਸਾਖੀਆਂ ਤੇ ਗਿੱਝੇ ਹੋਏ ਨੇ। ਸਾਖੀ ਸੁਣੀ, ਆਪਣੇ ਘਰ ਨੂੰ ਚਲੇ ਗਏ। ਕਿਆ ਤੁਸੀਂ ਸਾਰੀ ਜ਼ਿੰਦਗੀ ਸਾਖੀਆਂ ਹੀ ਸੁਣਦੇ ਰਹੋਗੇ? ਤੁਹਾਨੂੰ ਨਹੀਂ ਪਤਾ ਸਿੱਖ ਕੌਮ ਦੇ ਵਿੱਚ ਕਿੰਨਾ ਗਿਆਨ ਹੈ। ਇਸ ਕਰਕੇ ਇਹ ਗਿਆਨ ਵੀ ਗ੍ਰਹਿਣ ਕਰੋ ਜਿਹੜਾ ਗੁਰੂ ਸਾਹਿਬ ਆਪਾਂ ਨੂੰ ਬਖਸ਼ਿਸ਼ ਕਰਦੇ ਨੇ। ਨਾਲ ਨਾਲ ਗੁਰਬਾਣੀ ਦੇ ਪ੍ਰਮਾਣ ਵੀ ਚੱਲਦੇ ਨੇ ਕਿ ਹਾਂ ਇੱਥੇ ਕਾ ਕੇ ਆਹ ਅਵਸਥਾ ਹੈ। ਇਹ ਸਾਰਾ ਜਪਜੀ ਸਾਹਿਬ ਦੇ ਵਿੱਚ ਪਹਿਲਾਂ ਵੈਸੇ ਸਭ ਕੁਝ ਆ ਚੁੱਕਿਆ ਹੈ। ਇਹਦੇ ਵਿੱਚ ਥੋੜਾ ਹੋਰ ਵਿਸਥਾਰ ਨਾਲ ਕਹਾਂਗੇ, ਆਤਮਿਕ ਗਿਆਨ ਪ੍ਰਾਪਤ ਹੋਵੇਗਾ। ਆਪਾਂ ਵੀ ਇੱਥੇ ਤੱਕ ਆਪਣੀ ਬਿਰਤੀ ਲੈ ਕੇ ਜਾਣੀ ਹੈ ਔਰ ਇਹੀ ਕਹਿਣਾ ਵਾਹਿਗੁਰੂ 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 ਵਾਹਿਗੁਰੂ। ਦੋਹਿਰਾ ਬਿਰਤੇ ਅਖੰਡਤਾ ਕਾਰ ਅਸ, ਵਿਦਿਆ ਨਾਮ ਸੁਜਾਨ, ਕਾਰਣ ਕਾਰਜ ਭੇਦ ਤੇ ਦੁਬਦਾਹਾਨ ਅਗਿਆਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ, ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ। ਪਾਵਨ ਪਵਿੱਤਰ ਉਪਦੇਸ਼। ਸਰੀਰ ਦੇ ਅੰਦਰ ਸਾਡੇ ਕਿੰਨਾ ਕੁਝ ਹੈ। ਅਗਿਆਨੀ ਬੰਦੇ ਇਹਨਾਂ ਜਾਣਕਾਰੀਆਂ ਵੱਲ ਧਿਆਨ ਨਹੀਂ ਦਿੰਦੇ। ਗਿਆਨਵਾਨ ਪੁਰਸ਼ਾਂ ਨੂੰ ਪਤਾ ਹੈ ਕਿ ਸਾਡੇ ਸਰੀਰ ਦੇ ਅੰਦਰ ਜਿਤਨੇ ਗੁਣ ਤੇ ਔਗਣ ਨੇ, ਕਿਸ ਪ੍ਰਕਾਰ ਪਰਮੇਸ਼ਰ ਨੇ ਮਾਇਆ ਬਣਾਈ ਹੈ। ਇਹ ਤੋਂ ਅੱਗੇ ਅੱਗੇ ਜੀਵ ਅਗਿਆਨਤਾ ਵਿੱਚ ਕਿਹੜੇ ਕਿਹੜੇ ਕਰਮ ਕਰਦਾ ਹੈ, ਉਹਨਾਂ ਕਰਮਾਂ ਕਰਕੇ ਕਿਰੇਮਾਨ ਕਰਮ, ਸੰਚਿਤ ਕਰਮ ਪਰਾਰਬਧ ਬਣਦੀ ਹੈ। ਫਿਰ ਪਰਾਰਬਧ ਭੋਗ ਕੇ ਚਲਿਆ ਜਾਂਦਾ ਹੈ। ਅਗਲਾ ਜਨਮ ਫੇਰ ਪ੍ਰਾਪਤ ਕਰਦਾ ਹੈ। ਫਿਰ ਪਰਾਰਬਧ ਬਣ ਜਾਂਦੀ। ਫਿਰ ਅਗਲੇ ਜਨਮ ਵਿੱਚ ਜਾ ਕੇ ਪਰਾਰਬਧ ਤੋਂ ਫਿਰ ਕਿਰੇਮਾਨ, ਸੰਚਿਤ ਤੇ ਪਰਾਰਬਧ। ਮਹਾਰਾਜ ਜੀ ਨੇ ਗੁਰਬਾਣੀ ਅੰਦਰ ਪ੍ਰਮਾਣ ਦਿੱਤੇ ਨੇ। ਪਿੰਦੀ ਉਬਕਲੇ ਸੰਸਾਰਾ, ਬ੍ਰਹਮ ਆਏ ਤੁਮਚੇ ਦੁਆਰਾ। ਪਿੰਦੀ ਉਬਕਲੇ ਸੰਸਾਰਾ ਤੋਂ ਭਾਵ ਹੈ ਕਿ ਜਿਸ ਪ੍ਰਕਾਰ ਖੂਹ ਦੀਆਂ ਟਿੰਡਾਂ ਜਿਹੜੀਆਂ ਨੇ ਉਹ ਇੱਕ ਪਾਣੀ ਭਰ ਲੈਂਦੀਆਂ ਨੇ, ਫਿਰ ਆ ਕੇ ਪਾਣੀ ਖਾਲੀ ਕਰ ਦਿੰਦੀਆਂ ਨੇ, ਫਿਰ ਥੱਲੇ ਨੂੰ ਚਲੀਆਂ ਜਾਂਦੀਆਂ ਨੇ, ਫਿਰ ਭਰ ਕੇ ਆ ਜਾਂਦੀਆਂ ਨੇ। ਇਹ ਬੰਦਾ ਵੀ ਇਸੇ ਤਰ੍ਹਾਂ ਹੀ ਹੈ ਕਿ ਬਸ ਹਰੇਕ ਜਨਮ ਵਿੱਚ ਸੰਚਿਤ ਕਰਮ ਕਰਕੇ ਫਿਰ ਪਰਾਰਬਧ ਬਣਾ ਕੇ ਟਿੰਡ ਜੀ ਆਪਣੀ ਭਰ ਕੇ ਲੈ ਆਉਂਦਾ। ਫਿਰ ਉਹ ਖਾ ਪੀ ਕੇ ਫਿਰ ਚਲਿਆ ਜਾਂਦਾ, ਫਿਰ ਮੁੜ ਆਉਂਦਾ।
महाराज कहने तुहानू खुद नूं नहीं पता, तुसीं करोड़ां जन्मां दे चले होए हो इसे तरह ही, कोई हिसाब ही नहीं है जिन्हां दा। इस करके ये जिहड़े अंदर संचित कर्म पए ने इन्हां नूं ब्रह्म ਗਿਆਨੀ ਸਾੜ ਲੈਂਦਾ। ਉਹ ਹੰਗਤਾ ਤੋਂ ਰਹਿਤ ਹੋ ਕੇ ਆਪਣੇ ਮਟਾਕਾਸ਼ ਜਿਹੜਾ ਅੰਦਰ ਬਣਿਆ ਹੈ ਹਿਰਦਾ, ਇਹਦੇ ਵਿੱਚ ਜਿਹੜਾ ਮਟਾਕਾਸ਼ ਜਿੱਥੇ ਕਰਮਾਂ ਦੇ ਬੀਜ ਪਏ ਨੇ ਸਾਡੇ, ਉਹ ਇਹਨਾਂ ਨੂੰ ਗਿਆਨ ਦੁਆਰਾ ਸਾੜ ਲੈਂਦਾ ਤੇ ਉਹ ਬਿਰਤੀ ਐਸੀ ਬਣਾ ਲੈਂਦਾ ਆਪਣੀ ਕਿ ਆਪਣੀ ਇੰਦਰੀਆਂ ਨੂੰ ਵਾਪਸ ਮੋੜ ਕੇ ਮਨ ਵਿੱਚ ਲੈ ਕਰ ਲੈਂਦਾ। ਮਨ ਦੇ ਵਿੱਚੋਂ ਅੱਗੇ ਬੁੱਧੀ ਵਿੱਚ ਲੈ ਹੋ ਜਾਂਦਾ ਮਨ ਤੇ ਜਦੋਂ ਅਗਿਆਨ ਸਭ ਖਤਮ ਹੋ ਗਏ, ਉਹ ਕੋਠਾ ਸੜ ਗਿਆ, ਮਨ ਵੀ ਸੜ ਗਿਆ। ਜਿਹੜੀ ਬੁੱਧੀ ਸੀ ਇਹਨੇ ਸੰਸਾਰ ਵੱਲ ਨੂੰ ਮੂੰਹ ਕੀਤਾ ਹੋਣ ਕਰਕੇ ਇਹ ਸੰਸਾਰਾਕਾਰ ਬੁੱਧੀ ਕਹਾਉਂਦੀ ਹੈ। ਜਦੋਂ ਹੀ ਇਹਨੇ ਆਪਣਾ ਮੂੰਹ ਆਤਮਾ ਵੱਲ ਨੂੰ ਕੀਤਾ ਬੁੱਧੀ ਨੇ, ਇਹ ਵਿਵੇਕ ਬੁੱਧੀ ਬਣ ਗਈ। ਵਿਵੇਕ ਬੁੱਧੀ ਹੋਣ ਦੇ ਨਾਲ ਅੰਦਰ ਇੱਕ ਬਿਰਤੀ ਬਣ ਗਈ। ਉਹ ਬਿਰਤੀ ਦਾ ਨਾਮ ਹੈ ਅੰਗ ਬ੍ਰਹਮ ਅਸਮੇ, ਮੈਂ ਹੀ ਬ੍ਰਹਮ ਹਾਂ। ਇਹ ਮਿਹਨਤ ਨਾਲ ਬਣਦੀ ਗੱਲ, ਵੈਸੇ ਹੀ ਕਹਿਣ ਨਾਲ ਨਹੀਂ ਬਣਦੀ। ਜਦੋਂ ਇਹ ਬਿਰਤੀ ਬਣੀ ਤਾਂ ਇਹਨੂੰ ਕਹਿੰਦੇ ਨੇ ਮਨ ਦੀ ਇਕਾਗਰਤਾ, ਅਖੰਡ ਬਿਰਤੀ, ਇਹਨੂੰ ਕਹਿੰਦੇ ਨੇ ਵਿਦਿਆ। ਤੇ ਇੱਕ ਪਹਿਲਾਂ ਦੱਸੀ ਸੀ ਅਵਿਦਿਆ ਕਰਕੇ ਆਪਾਂ ਅਗਿਆਨਤਾ ਵਿੱਚ ਫਿਰਦੇ ਹਾਂ ਤੇ ਵਿਦਿਆ ਕਰਕੇ ਹੀ ਆਪਾਂ ਨਿਕਲ ਜਾਂਦੇ। ਵਿਦਿਆ ਇਹੀ ਹੈ। ਹੁਣ ਸੰਸਾਰ ਦੇ ਜੀਵ ਕਹਿੰਦੇ ਨੇ ਕਿ ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਹੈ ਕਿ ਫੈਲੇ ਵਿਦਿਆ ਹੋਏ ਚਾਨਣ। ਉਹਦੇ ਨਾਲ ਜਿਹੜਾ ਚਾਨਣ ਹੁੰਦਾ ਉਹ ਤਾਂ ਜ਼ੀਰੋ ਵਾਟ ਦੇ ਬੱਲਬਕ ਜਿੰਨਾ ਹੀ ਹੈ, ਉਹ ਬਹੁਤਾ ਚਾਨਣ ਨਹੀਂ ਹੈ ਸੰਸਾਰ ਦੀ ਵਿਦਿਆ ਦਾ। ਪਰ ਅਸਲ ਵਿੱਚ ਇਹ ਵਿਦਿਆ ਹੈ ਸਾਰਿਆਂ ਨਾਲੋਂ ਵੱਡੀ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਸੋ ਇਹ ਚੱਲ ਰਹੀ ਕਥਾ ਕਾਹਲ ਦਾ ਵਿਸ਼ਾ ਨਹੀਂ ਹੈ, ਬਹੁਤ ਆਸਤੇ ਆਸਤੇ ਤਾਂ ਕਿ ਸਾਡੇ ਸਮਝ ਜੋਗਰਾ ਵੀ ਹੋ ਜਾਵੇ ਕੰਮ। ਆਓ ਪਿਆਰ ਨਾਲ ਅੱਗੇ ਸ਼ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਿਰਾ ਬਿਰਤੀ ਅਖੰਡਤਾ ਕਾਰ ਅਸ, ਵਿਦਿਆ ਨਾਮ ਸੁਜਾਨ। ਇਹ ਜਿਹੜਾ ਸਾਡੇ ਅੰਦਰ ਇੱਕ ਬਿਰਤੀ ਅਭਿਆਸ ਨਾਲ ਪੈਦਾ ਹੁੰਦੀ ਹੈ, ਸਿਮਰਨ ਕਰਨ ਨਾਲ, ਵਾਹਿਗੁਰੂ 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 ਲਗਾਤਾਰ ਕਰੀ ਜਾਣਾ। ਇੰਦਰੀਆਂ ਆਪਣੇ ਆਪ ਹੀ ਸਵਾਦਾਂ ਨੂੰ ਛੱਡ ਜਾਂਦੀਆਂ ਨੇ, ਵਾਪਸ ਅੰਤਰੀਵ ਮੁੜ ਆਉਂਦੀਆਂ ਨੇ ਆਪਣੇ ਮਨ ਵਿੱਚ, ਮਨ ਹਿਰਦੇ ਵਿੱਚ, ਹਿਰਦਾ ਬੁੱਧੀ ਵਿੱਚ, ਤੇ ਬੁੱਧੀ ਆਤਮਾ ਵਿੱਚ ਲੀਨ ਹੋ ਜਾਂਦੀ। ਬੁੱਧੀ ਵਾਸਤਵ ਵਿੱਚ ਹੈ ਕੁਛ ਨਹੀਂ ਗੀ, ਐਵੇਂ ਹੀ ਹੈ, ਇੱਕ ਖਿਆਲ ਜਾਈ ਜਿਵੇਂ ਬਣ ਜਾਂਦਾ ਸਾਡਾ। ਤੋ ਇਸ ਤਰ੍ਹਾਂ ਬੁੱਧੀ ਇਸੇ ਨੂੰ ਹੀ ਕਹਿੰਦੇ ਨੇ, ਇਸ ਗੱਲ ਦਾ ਨਾਮ ਬੁੱਧੀ ਹੈ ਕਿ ਮੈਂ ਸਰੀਰ ਹਾਂ, ਮੇਰੀ ਆਹ ਜਾਤੀ ਹੈ, ਮੇਰਾ ਇਹ ਨਾਮ ਹੈ, ਇਹ ਮੇਰੇ ਧੀਆਂ ਪੁੱਤਰ ਨੇ, ਇਹ ਦੁਨੀਆ ਸੱਚੀ ਹੈ, ਇਸੇ ਨੂੰ ਹੀ ਬੁੱਧੀ ਕਹਿੰਦੇ ਨੇ। ਉਹਦੇ ਉੱਤੇ ਆਤਮਾ ਦਾ ਪ੍ਰਭਾਵ ਪੈ ਗਿਆ, ਅਕਸ ਪੈਣ ਕਰਕੇ ਬੁੱਧੀ ਬਣ ਗਈ। ਤੋ ਹੁਣ ਜਦੋਂ ਅਖੰਡਾਕਾਰ ਬਿਰਤੀ ਵਿੱਚ ਆ ਕੇ ਵਿਦਿਆ ਪ੍ਰਗਟ ਹੋਈ ਹਿਰਦੇ 'ਚ ਨਾਮ ਦੇ ਅਭਿਆਸ ਕਰਕੇ, ਤਾਂ ਇਹਦੇ ਨਾਲ ਕਹਿੰਦੇ ਨੇ ਫਿਰ ਉਹ ਵਿਦਿਆ ਕਰਕੇ ਇੱਕ ਰਸ ਬਿਰਤੀ 'ਚ ਇੱਕੋ ਹੀ ਗੱਲ ਬੋਲਦਾ ਅੰਦਰ ਕਿ ਮੈਂ ਹੀ ਬ੍ਰਹਮ ਹਾਂ। ਇਹ ਬਹੁਤ ਉੱਚੀ ਅਵਸਥਾ ਹੈ, ਹੁਣ ਨਹੀਂ ਆਪਾਂ ਕਹਿ ਸਕਦੇ। ਜੇ ਹੁਣ ਆਪਾਂ ਕਹਾਂਗੇ ਤਾਂ ਆਪਣੀ ਬੜੀ ਭਾਰੀ ਗਲਤੀ ਹੈ, ਹੁਣ ਆਪਾਂ ਉੱਥੇ ਤੱਕ ਨਹੀਂ ਨਾ ਪਹੁੰਚੇ ਹੋਏ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਅਵਸਥਾ ਬਣ ਗਈ ਉਦੋਂ ਜਾ ਕਰਕੇ ਬਿਰਤੀ ਬਣਦੀ ਹੈ, ਟਿਕ ਜਾਂਦੀ ਹੈ। ਕਾਰਨ ਕਾਰਜ ਭੇਦ ਤੇ ਦੁਬਦਾ ਨੇ ਅਗਿਆਨ। ਇਸ ਵਿਦਿਆ ਦੇ ਨਾਲ ਦੋ ਤਰ੍ਹਾਂ ਦਾ ਜਿਹੜਾ ਅਗਿਆਨ ਹੈ, ਇੱਕ ਤਾਂ ਹੁੰਦਾ ਕਾਰਨ ਗਿਆਨ, ਇੱਕ ਹੁੰਦਾ ਕਾਰਜ ਗਿਆਨ। ਇਹ ਕਾਰਨ ਤੇ ਕਾਰਜ ਰੂਪ ਦੋਨੋਂ ਹੀ ਇੱਥੇ ਆ ਕਰਕੇ ਨਸ਼ਟ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਇਹਨਾਂ ਕਰਕੇ ਸਾਨੂੰ ਦੁਬਦਾ ਪੈਦਾ ਹੋ ਜਾਂਦੀ ਹੈ। ਇਹ ਦੁਬਦਾ ਵੀ ਨਾਸ ਹੋ ਜਾਂਦੀ ਹੈ, ਅਗਿਆਨਤਾ ਵੀ ਨਾਸ ਹੋ ਜਾਂਦੀ ਹੈ, ਕਿਉਂਕਿ ਜਦੋਂ ਮਨ ਇਕਾਗਰ ਹੋ ਗਿਆ ਤਾਂ ਉਸ ਵਕਤ ਦੁਬਿਧਾ ਦੂਰ ਹੋ ਗਈ, ਕਾਰਨ ਤੇ ਕਾਰਜ ਖਤਮ ਹੋ ਗਏ। ਜਦੋਂ ਅਗਿਆਨ ਮਿਟ ਗਿਆ ਮਨ ਦੇ ਅੰਦਰੋਂ
ਤਾਂ ਫਿਰ ਜਤ ਦੇਖਾਂ ਤਤ ਤੂੰ, ਹੁਣ ਦੂਜਾ ਨਜ਼ਰ ਨਹੀਂ ਆਉਂਦਾ। ਕਿਉ ਪਏ ਤਨ ਇੰਦਰੀ ਮਨ ਪ੍ਰਾਣ ਅਨਾਤਮ। ਇਹ ਜਿਹੜਾ ਸਾਡਾ ਸਰੀਰ ਹੈ, ਇੰਦਰੀਆਂ ਨੇ, ਮਨ ਹੈ, ਪ੍ਰਾਣ ਹੈ, ਇਹ ਅਨ ਆਤਮ ਹੈ, ਭਾਵ ਆਤਮਾ ਤੋਂ ਉਲਟ ਅਨਾਤਮ। ਇਹ ਸਾਡੀ ਬੁੱਧੀ ਹੀ ਨਿਸ਼ਚੈ ਕਰਦੀ ਹੈ, ਅਥਵਾ ਸਾਡਾ ਮਨ ਇਹ ਸੋਚਦਾ ਹੈ। ਜੇ ਕਿਸੇ ਬੰਦੇ ਨੂੰ ਪੁੱਛੋ ਤੂੰ ਕੌਣ ਹੈ, ਜਿਵੇਂ ਮਹਾਂਪੁਰਸ਼ਾਂ ਨੇ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ, ਗੰਗਾ ਨਗਰ ਇੱਕ ਵਿਦਿਆਰਥੀ ਸੀ ਕੋਈ ਕਾਲਜ ਦਾ, ਇਹ ਬੜੀ ਪੁਰਾਣੀ ਗੱਲ ਹੈ, 40-50 ਸਾਲ ਪੁਰਾਣੀ। ਕਹਿੰਦਾ ਮੈਂ ਕੋਈ ਪ੍ਰਸ਼ਨ ਕਰਨਾ ਹੈ। ਪ੍ਰਸ਼ਨ ਆਪਣੇ ਪੁੱਛ ਚੁੱਕਿਆ, ਤੁਰਨ ਲੱਗੇ ਨੂੰ ਕਹਿੰਦੇ ਇੱਕ ਗੱਲ ਤੂੰ ਵੀ ਦੱਸ ਜਾ ਭਾਈ। ਕਹਿੰਦੇ ਇਹ ਦੱਸ ਜਾ ਮੈਨੂੰ ਵੀ ਤੂੰ ਕੌਣ ਹੈ। ਉਹ ਕਹਿੰਦੇ ਜੀ ਮੈਂ ਬੰਦਾ। ਕਹਿੰਦੇ ਬੰਦਾ ਕਿਹੜੀ ਚੀਜ਼ ਦਾ ਨਾਮ ਹੈ? ਲੱਤ ਹੈ, ਬਾਂਹ ਹੈ, ਸਿਰ ਹੈ, ਇਹ ਤਾਂ ਵੱਖੋ ਵੱਖਰੇ ਨੇ। ਬੰਦਾ ਕਿਹਨੂੰ ਕਹਿੰਦੇ ਨੇ? ਕਾਫੀ ਦੇਰ ਚੁੱਪ ਰਿਹਾ, ਉਹਨੂੰ ਸਮਝ ਨਾ ਲੱਗੀ। ਉਸ ਵਕਤ ਮਹਾਂਪੁਰਸ਼ ਕਹਿੰਦੇ ਤੂੰ ਕਿੰਨੀ ਪੜ੍ਹਿਆ ਹੋਇਆ ਭਾਈ? ਕਹਿੰਦੇ ਜੀ ਮੈਂ MA ਕੀਤੀ ਹੋਈ ਹੈ। ਕਹਿੰਦੇ MA ਨਹੀਂ ਹੈ, ਤੂੰ ਐਵੇਂ ਹੀ ਹੈ। ਕਹਿੰਦੇ ਐਵੇਂ ਹੀ ਹੈ ਤੂੰ, ਤੈਨੂੰ ਪਤਾ ਨਹੀਂ ਮੈਂ ਕੌਣ ਆ? ਕਹਿੰਦੇ ਨਾ ਮਹਾਰਾਜ, ਮੈਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਹੈ। ਮਹਾਂਪੁਰਸ਼ਾਂ ਨੂੰ ਕਹਿੰਦਾ ਤੁਸੀਂ ਹੀ ਦੱਸੋ। ਕਹਿੰਦੇ ਮੈਂ ਤੈਨੂੰ ਇਹ ਪੁੱਛਿਆ ਤੂੰ ਕੌਣ ਹੈ? ਤੂੰ ਕਿਹਾ ਮੈਂ ਬੰਦਾ। ਤੇ ਮੈਂ ਤੈਨੂੰ ਗੁਰਬਾਣੀ ਰਾਹੀਂ ਦੱਸਦਾ ਕਿ ਮਹਾਰਾਜ ਕਹਿੰਦੇ ਬੰਦਾ ਹੋਏ ਸੋ ਬੰਦਗੀ ਗਹਿ। ਇਸ ਕਰਕੇ ਬੰਦਾ ਹੁੰਦਾ ਉਹ ਜਿਹੜਾ ਬੰਦਗੀ ਕਰੇ। ਤੇ ਇਸ ਕਰਕੇ ਬੰਦਾ, ਇਹ ਮਨ ਆਪਾਂ ਇਉਂ ਸਮਝਦੇ ਹਾਂ ਕਿ ਮੈਂ ਲੱਤਾਂ ਬਾਹਾਂ ਹਾਂ, ਮੈਂ ਪ੍ਰਾਣ ਹਾਂ, ਮੈਂ ਬੁੱਧੀ ਹਾਂ, ਮੈਂ ਕਿਸੇ ਦਾ ਪਿਤਾ ਹਾਂ, ਕਿਸੇ ਦਾ ਪੁੱਤਰ ਹਾਂ, ਮੈਂ ਮੇਰੀ ਫਲਾਨੀ ਜਾਤੀ ਹੈ। ਇਹਨੂੰ ਅਨਾਤਮ ਕਹਿੰਦੇ ਨੇ। ਆਪਾਂ ਹੁਣ ਆਤਮਾ ਵਿੱਚ ਨਹੀਂ ਵਰਤ ਰਹੇ ਸਾਰੇ ਜਾਣੇ। ਆਤਮਾ ਵਿੱਚ ਵਰਤਦਾ ਆਤਮਕ ਗਿਆਨੀ, ਜਿਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਤੇ ਆਪਾਂ ਸਰੀਰ ਵਿੱਚ ਹੀ ਵਰਤੀ ਜਾਂਦੇ ਹਾਂ, ਜਾਂ ਮਨ ਵਿੱਚ ਵਰਤਦੇ ਹਾਂ, ਜਾਂ ਆਪਣੇ ਸੰਸਾਰ 'ਚ ਸਾਰਿਆਂ ਨਾਲੋਂ ਵਧੀਆ ਬੰਦੇ ਗਿਣੇ ਜਾਂਦੇ ਸ਼੍ਰੋਮਣੀ ਬੁੱਧੀ ਜੀਵੀ ਜਿਹੜੇ ਹੁੰਦੇ ਨੇ। ਇਹ ਬੁੱਧੀ ਜੀਵੀ ਜਿਹੜੇ ਨੇ ਇਹ ਵੀ ਅਨਾਤਮਾ ਵਿੱਚ ਹੀ ਵਰਤਦੇ ਹੁੰਦੇ ਨੇ। ਆਤਮਕ ਗਿਆਨੀ ਆਤਮਾ ਵਿੱਚ ਸਿਰਫ ਵਰਤਦਾ। ਇਸ ਕਰਕੇ ਕਹਿੰਦੇ ਤਨ, ਇੰਦਰੀ, ਮਨ, ਪ੍ਰਾਣ, ਅਨਾਤਮ ਇਹ ਵਰਤਦਾ ਹੈ ਇਹਨਾਂ ਵਿੱਚ। ਇਸ ਸੰਗਾਤ ਵਿਖੇ ਬੁੱਧ ਆਤਮ। ਇਸ ਸਾਰੀ ਦੇਹੀ ਨੂੰ ਆਪਣਾ ਆਪ ਜਾਣ ਕੇ ਉਚਾਰਦਾ ਹੈ ਕਿ ਮੈਂ ਦੇਹੀ ਹਾਂ। ਇਹਨਾਂ ਦੇ ਸਮੁਦਾਇ ਵਿੱਚ ਜੋ ਆਤਮਾ ਨੂੰ ਬੁੱਧੀ ਸਮਝਦਾ ਹੈ, ਭਾਵ ਕਿ ਇਹਨਾਂ ਨੂੰ ਆਪਣਾ ਆਪ ਸਮਝਣਾ, ਇਸੇ ਨੂੰ ਬੁੱਧੀ ਕਹਿੰਦੇ ਨੇ। ਹੈ ਤਾਂ ਮੇਰਾ ਆਪਣਾ ਆਪ ਹੋਰ ਹੈ, ਤਾਂ ਮੈਂ ਆਤਮਾ, ਉਹ ਤਾਂ ਮੈਂ ਬਣ ਜਾਣਾ ਸੀ ਆਤਮਕ ਗਿਆਨੀ, ਬ੍ਰਹਮ ਗਿਆਨੀ। ਤੇ ਮੈਂ ਸਮਝੀ ਜਾਂਦਾ ਮੈਂ ਸਰੀਰ ਹਾਂ, ਮੈਂ ਬੁੱਧੀ ਹਾਂ, ਮੈਂ ਪ੍ਰਾਣ ਹਾਂ, ਮੈਂ ਮਨ ਹਾਂ, ਮੈਂ ਇੰਦਰੀਏ ਹਾਂ, ਮੈਂ ਪਿਤਾ ਹਾਂ। ਜਦੋਂ ਆਪਾਂ ਇਹ ਸਮਝਦੇ ਹਾਂ ਆਪਣੇ ਆਪ ਨੂੰ, ਉਦੋਂ ਆਪ ਆਤਮ ਵਿੱਚ ਵਰਤਦੇ ਹੋਏ ਆਪਣੇ ਆਪ ਨੂੰ ਬੁੱਧੀ ਰੂਪ ਸਮਝਦੇ। ਇਸੇ ਨੂੰ ਬੁੱਧੀ ਕਹਿੰਦੇ ਹਨ। ਬੰਧਨ ਇਹ ਸਦਾ ਦੁੱਖ ਕਾਰਣ। ਇਹੀ ਜਪ ਕਹਿੰਦੇ ਮੇਰੇ ਬੰਧਨ ਸਤਿਗੁਰ ਸਿੱਖ ਕੇ ਬੰਧਨ ਕੱਟ ਹੈ। ਇਹੀ ਬੰਧਨ ਨੇ ਉਹ ਕਿ ਆਪਣੇ ਆਪ ਨੂੰ ਸਰੀਰ ਹੀ ਸਮਝੀ ਜਾਂਦੇ ਆ। ਇਹੀ ਬੰਧਨ ਨੇ ਜਿਹੜੇ ਆਪਾਂ ਨੂੰ ਦੁੱਖ ਦਿੰਦੇ ਨੇ ਹਮੇਸ਼ਾ। ਅਹੰਗ ਦੇ ਲੱਖ ਕਰੈ ਉਚਾਰਣ। ਦੇਹ ਨੂੰ ਆਪਣਾ ਆਪ ਜਾਣ ਕੇ ਕਹਿੰਦਾ ਕਿ ਮੈਂ, ਤੂੰ ਕੌਣ ਹੈ? ਮੈਂ ਦੇਹੀ। ਆਪਣੇ ਆਪ ਨੂੰ ਸਰੀਰ ਸਮਝਦਾ ਇਹ ਬੰਦਾ। ਵਾਸਤਵ ਦੇ ਵਿੱਚ ਆਪਾਂ ਸਰੀਰ ਨਹੀਂ ਹਾਂ, ਕਿਉਂਕਿ ਸਰੀਰ ਤਾਂ ਆਪਾਂ ਨੂੰ ਕਈ ਵਾਰੀ ਮਿਲੇ ਨੇ। ਜੇ ਮੈਂ ਇਹ ਸਰੀਰ ਹੁੰਦਾ ਤਾਂ ਮੈਂ ਦੂਸਰਾ ਜਨਮ ਬਘਿਆੜ ਦਾ ਕਿਉਂ ਲੈਂਦਾ, ਕੂਕਰ ਦਾ ਕਿਉਂ ਲੈਂਦਾ, ਬਾਰ-ਬਾਰ ਕੀੜਾ ਪਤੰਗਾ ਕਿਉਂ ਬਣਦਾ? ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਐਸੇ ਗਰਭ ਹਮ ਬਹੁਤ ਬਸਾਏ। ਇਹ ਜੇ ਸਰੀਰ ਕਈ ਵਾਰੀ ਇਹਨਾਂ ਸਰੀਰਾਂ 'ਚ ਆਏ ਆ। ਕਦੇ ਮੈਂ ਕਿਸੇ ਸਰੀਰ 'ਚ ਹੁੰਨਾ, ਕਦੇ ਕਿਸੇ ਦੇਸ਼ ਵਿੱਚ ਹੁੰਨਾ, ਕਦੇ ਮੈਂ ਉੱਚੀ ਜਾਤੀ 'ਚ ਆ ਜਾਂਦਾ, ਕਦੇ ਮੈਂ ਨੀਵੀਂ ਜਾਤੀ 'ਚ ਜਨਮ ਲੈ ਲੈਂਦਾ। ਇਹ ਬਾਰ-ਬਾਰ ਸਾਡੇ ਨਾਲ ਇਹ ਹੋ ਰਿਹਾ ਹੈ। ਦੋਹੇਰਾ ਅਭਿਆਸ ਹੈ ਗੁਰ ਸ਼ਬਦ ਕੋ ਮਿਟੈ ਦੇ ਅਭਿਮਾਨ। ਇਹ ਜਿਹੜਾ ਦੇਹੀ ਦਾ ਅਭਿਮਾਨ ਆਪਾਂ ਨੂੰ, ਆਪਣੇ ਸਰੀਰ ਦਾ ਹੰਕਾਰ ਹੈ, ਅਤ ਸੁੰਦਰ, ਕੁਲੀਨ, ਚਤੁਰ, ਮੁਖ ਗਿਆਨੀ, ਧਨਵੰਤ, ਇੰਨਾ ਕੁਝ ਮੰਨਦੇ ਆ ਨਾ ਆਪਾਂ ਆਪਣੇ। ਮਹਾਰਾਜ ਕਹਿੰਦੇ ਨੇ ਮਿਰਤਕ ਕਹੀ ਹੈ ਨਾਨਕ, ਜੇ ਪ੍ਰੀਤ ਨਹੀਂ ਭਗਵੰਤ। ਇਹ ਹੁਣ ਅਭਿਆਸ ਸ਼ਬਦ ਦਾ ਕਰੀਦਾ ਇਹਦੇ ਵਾਸਤੇ। ਦੇਹੀ ਦੀ ਹੰਗਤਾ ਨੂੰ ਮਿਟਣਾ, ਪੰਜਾਂ ਕੋਸ਼ਾਂ ਰੂਪੀ ਪਹਾੜਾਂ ਨੂੰ ਪਾਰ ਕਰਨਾ, ਅਤੇ ਅਭਿਆਸ ਕਰਦਿਆਂ ਕਰਦਿਆਂ ਵਾਹਿਗੁਰੂ ਵਾਹਿਗੁਰੂ ਕਰਦਿਆਂ
तू करता तू हुआ मुझ में रहा ना हूँ, जब हम होते तब तू नाही, अब तू ही मैं नाही। इस तरह वाहिगुरु वाहिगुरु करदियां मूल मंत्र का अभ्यास, गुरबाणी का अभ्यास, सेवा करदियां बंदे नूं अपना अंदर नज़र आउण लग जांदा है असली स्वरूप। जदों महाराज कहने असली स्वरूप नज़र आया, मन तू जोत स्वरूप है अपना मूल पछाण, मन हर जी तेरा नाल है गुरमती रंग मान। मूल पछाण है तां सहो जान है, मरण जीवन की सोझी होई। तां तैनूं सोझी होवेगी जे तू अपने मूल नूं पछाण लवेंगा। सत चेतन आनंदमय मुक्त सुजान सुजान। हुण ये जिहड़ा जीव है उत्थे पहुंच जांदा अभ्यास करके, सत चेतन ते आनंद स्वरूप हो जाता है। ਇਹਨੂੰ ਕਹਿੰਦੇ ਨੇ ਇਹ ਬੰਦਾ ਮੁਕਤ ਹੋ ਗਿਆ, ਉਹ ਸਭ ਤੋਂ ਸਿਆਣਿਆਂ ਤੋਂ ਸਿਆਣਾ ਹੈ, ਕਿਉਂਕਿ ਇਹੀ ਰੱਬ ਦਾ ਰੂਪ ਹੈ। ਸਤ ਚੇਤਨ ਆਨੰਦ ਵਾਹਿਗੁਰੂ ਦਾ ਨਾਮ ਹੈ, ਉਸ ਦੇ ਲੱਛਣ ਨੇ ਇਹ ਬੰਦਾ ਵੀ ਅਭਿਆਸ ਕਰ ਕਰਕੇ ਸਤ ਚੇਤਨ ਆਨੰਦ ਵਿੱਚ ਹੀ ਚਲਾ ਜਾਂਦਾ ਹੈ। ਭਾਵ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਸਵਈਆ ਛੰਦ ਅਧਿਆਤਮ ਗੁਰ ਚਤੁਰਦਸ। ਇਹ ਜਿਹੜਾ ਹੈ ਅਧਿਆਤਮ ਗੋ ਨਾਮ ਇੰਦਰੀਆਂ ਦਾ ਹੈ। 14 ਇੰਦਰੀਆਂ ਆਪਣੀਆਂ ਕੁੱਲ ਕੰਮ ਕਰਦੀਆਂ ਸਰੀਰ ਦੇ ਅੰਦਰ। ਇਸ ਤਰੀਕੇ ਦੇ ਨਾਲ ਇਹ ਜਿਹੜਾ ਸਾਡੀਆਂ 10 ਇੰਦਰੀਆਂ ਦਾ ਸਾਹਮਣੇ ਹੀ ਨੇ, ਫਿਰ ਇਹਦੇ ਨਾਲ ਮਨ ਬੁੱਧ ਚਿੱਤ ਹੰਕਾਰ ਹੋਣੀ 4 ਆ ਜਾਂਦੇ ਨੇ। ਤੇ ਇਸ ਤਰ੍ਹਾਂ ਇਹ 14 ਜਾਣੇ ਕੰਮ ਕਰਦੇ ਨੇ। ਇਹਨਾਂ ਦੇ 14 ਦੇ ਰੂਪ ਇਕੱਠੇ ਨੂੰ ਅਧਿਆਤਮ ਕਿਹਾ ਜਾਂਦਾ ਹੈ। ਇਤੇ ਵਿਖੈ ਅਦਭੁਤ ਸੁਜਾਨ। ਇਹਨਾਂ ਦੇ ਜਿਹੜੇ ਅੱਗੇ ਵਿਸ਼ੇ ਹੁੰਦੇ ਨੇ, ਅੱਖਾਂ ਦਾ ਵਿਸ਼ਾ ਦੇਖਣਾ ਹੈ, ਕੰਨਾਂ ਦਾ ਵਿਸ਼ਾ ਸੁਣਨਾ ਹੈ, ਸਾਰੇ ਵਿਸ਼ੇ ਨੇ ਅੱਡ ਅੱਡ ਹਰੇਕ ਇੰਦਰੀਆਂ ਦੇ। ਇਹਨਾਂ ਨੂੰ ਫਿਰ ਜਦੋਂ ਇਹਨਾਂ ਦੇ 14 ਅਧਿਆਤਮ ਦਾ ਇਕੱਠਾ ਹਿੱਸਾ ਹੋ ਗਿਆ, 14 ਸਾਡੀਆਂ ਇੰਦਰੀਆਂ ਹੋ ਗਈਆਂ, 14 ਹੀ ਇਹਨਾਂ ਦੇ ਵਿਸ਼ੇ ਹੋ ਗਏ ਅੱਗੇ ਜਿਹੜੇ ਦੱਸੇ ਨੇ। ਜ਼ੁਬਾਨ ਦਾ ਕੰਮ ਹੈ ਰਸ ਲੈਣਾ, ਜ਼ੁਬਾਨ ਦਾ ਕੰਮ ਬੋਲਣਾ ਵੀ ਹੈ, 2 ਕਰਮ ਇਕੱਠੇ ਕਰ ਦਿੰਦੀ ਹੈ ਇਹ। ਨੱਕ ਦਾ ਕੰਮ ਹੈ ਸੁਗੰਧੀ ਲੈਣਾ। ਇਹਨਾਂ ਨੂੰ ਜਿਹੜੇ 14 ਵਿਸ਼ੇ ਨੇ, ਇਹਨਾਂ ਨੂੰ ਇਸ ਤਰੀਕੇ ਨਾਲ ਉਹ ਇਕੱਠੇ ਸਮੂਹ ਨੂੰ ਤਾਂ ਅਧਿਆਤਮ ਕਹਿੰਦੇ ਨੇ 14 ਦੇ, ਤੇ ਜਿਹੜੇ ਇਹਨਾਂ ਦੇ ਵਿਸ਼ੇ ਨੇ ਇਹਨਾਂ ਨੂੰ ਅਦਭੁਤ ਕਹਿੰਦੇ ਨੇ। ਅਦਭੁਤ ਇਸ ਤਰੀਕੇ ਨਾਲ ਇਹਨਾਂ 14 ਵਿਸ਼ਿਆਂ ਦਾ ਨਾਮ ਅਦਭੁਤ ਕਿਹਾ ਜਾਂਦਾ ਸਿਆਣਿਆਂ। ਇਨੋ ਦੇਵ ਅਦ ਦੇਵ ਚਤੁਰਦਸ। ਅੱਗੇ 14 ਇਹਨਾਂ ਦੇ ਦੇਵ ਨੇ, ਉਹਨਾਂ ਨੂੰ ਅਧ ਦੇਵ ਕਹਿੰਦੇ ਨੇ, ਜਿਹੜਾ ਇਹਨਾਂ ਨੂੰ ਅੰਦਰ ਬਹਿ ਕੇ ਚਲਾਉਣ ਵਾਲੇ ਨੇ। ਵਾਹਿਗੁਰੂ ਦੇ ਹੁਕਮ ਦੇ ਵਿੱਚ ਨੱਕ ਨੂੰ ਜਿਹੜੀ ਖੁਸ਼ਬੂ ਮਿਲਦੀ ਆ ਨਾ, ਵਾਸਤਵ ਵਿੱਚ ਉਹ ਇੱਕ ਅਕਾਲ ਪੁਰਖ ਵੱਲੋਂ ਉਹ ਦੇਵ ਦੀ ਡਿਊਟੀ ਲੱਗੀ ਹੋਈ ਹੈ, ਜੋ ਖੁਸ਼ਬੂ ਦਾ ਹੀ ਦੇਵਤਾ ਹੈ। ਉਹ ਤੈਨੂੰ ਖੁਸ਼ਬੂ ਹੀ ਦਿੰਦਾ ਹੈ, ਗੰਦਗੀ ਦਾ ਗਿਆਨ ਦਿੰਦਾ ਹੈ। ਉਹ ਜਿਹੜਾ ਕੰਨ ਦੇ ਰਾਹੀਂ ਸੁਣਾਉਣ ਦਾ ਇੱਕ ਕੰਮ ਕਰਦਾ ਹੈ, ਇੱਕ ਜੋ ਅੱਖਾਂ ਦੇ ਰਾਹੀਂ ਦੇਖਣ ਦਾ ਕੰਮ ਕਰਦਾ ਹੈ। 14 ਇਹਨਾਂ ਦੇ ਦੇਵਤੇ ਨੇ। ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਹੈ ਅਧਿਆਤਮ, ਅਦਭੁਤ, ਅਧ ਦੇਵ। 14 ਤੇ 14 ਇਹ ਹੋ ਗਏ 42। ਕੁੱਲ 42 ਭਾਵ ਆਪਣੇ ਅੰਦਰ ਹਮੇਸ਼ਾ ਹੀ ਫੁਰਦੇ ਹਨ। 42 ਫੁਰੈ ਭਾਵ ਵਿਦਮਾਨ। ਕਹਿੰਦੇ 42 ਭਾਵ ਆਪਣੇ ਅੰਦਰ ਪ੍ਰਗਟ ਹੀ ਫੁਰਦੇ ਰਹਿੰਦੇ ਹਨ। ਇਹ ਤਿੰਨਾਂ ਦਾ ਇੱਕੋ ਹੀ ਕੰਮ ਹੈ, 14 ਦੀ ਗਿਣਤੀ ਕਰਕੇ। ਸੁਖਪਤੀ ਸੁਪਨ ਅਭਾਵ ਫੁਰੈਗਨ। ਹੁਣ ਇੱਕ ਤਾਂ ਅਵਸਥਾ ਆਪਣੀ ਹੁੰਦੀ ਹੈ ਸੁਖੋਪਤ, ਜਦੋਂ ਆਪਾਂ ਉੱਠ ਕੇ ਕਹਿੰਦੇ ਆ ਅੱਜ ਤਾਂ ਐਸੀ ਨੀਂਦ ਆਈ, ਸੁਪਨਾ ਵੀ ਨਹੀਂ ਆਇਆ, ਸੁਖੋਪਤ। ਅੱਗੇ ਚੱਲ ਕੇ ਇੱਕ ਅਵਸਥਾ ਹੁੰਦੀ ਹੈ ਸੁਪਨ, ਬੜਾ ਭੈੜਾ ਸੁਪਨਾ ਆਇਆ, ਚੰਗਾ ਸੁਪਨਾ ਆਇਆ। ਇਹ 2 ਹੋ ਗਈਆਂ। ਇਹਨਾਂ ਦਾ ਅਭਾਵ, ਇਹਨਾਂ ਦਾ ਅਭਾਵ ਦਾ ਅਰਥ ਹੁੰਦਾ ਮਿਟਣਾ। ਇਹਨਾਂ ਦਾ ਮਿਟਣਾ ਸੁਖਮਤ ਤੇ ਸੁਪਨ ਤੋਂ ਮਿਟ ਕੇ ਕੀ ਬਣਦਾ? ਜਾਗਰਤ। ਹੁਣ ਆਪਾਂ ਜਾਗਰਤ ਅਵਸਥਾ ਵਿੱਚ ਸਾਰੇ ਬੈਠੇ ਆਂ, ਤਾਂ ਇਸ ਤਰੀਕੇ ਦੇ ਨਾਲ ਇਹ ਸਾਡਾ ਇਸ ਵਕਤ ਜਾਗਰਤ ਅਵਸਥਾ ਵਿੱਚ ਬੈਠਣਾ ਹੈ। ਮੂਰਤ ਬਸ਼ਿਟ ਸਮਿਸ਼ਟ ਪਛਾਨ। ਇਹਨਾਂ ਦੇ ਵਿੱਚ ਫੁਰੈਗਨ ਮੂਰਤ, ਵਿਅਸਟ ਤੇ ਸਮਸਤ ਪਛਾਨ। ਵਿਅਸਤੀ ਤਾਂ ਹੁੰਦੀ ਕੱਲਾ ਕੱਲਾ, ਤੇ ਸਮਸਤੀ ਹੁੰਦੀ ਹੈ ਸਾਰਿਆਂ ਨੂੰ ਲੈ ਕੇ, ਬਹੁਤੇ ਰੂਪ ਤੇ ਕੱਲਾ ਕੱਲਾ ਰੂਪ, ਇਕੱਠ ਸਮੂਹ।
ਇਹ ਸਾਰਾ ਕੁਝ ਜਿਹੜਾ ਹੈ ਨਾ ਫੁਰਦਾ ਹੈ 42 ਭਾਵਾਂ ਕਰਕੇ। ਥੋੜੀ ਜੀ ਸੂਖਮ ਚੀਜ਼ ਆ ਇਹ। ਆਪਾਂ ਇਹ ਦੇਖਣਾ ਹੈ ਕਿ ਸੁਪਨਾ ਕਿਉਂ ਆਉਂਦਾ, ਸੁਖੋਪਤ ਅਵਸਥਾ ਕਿਵੇਂ ਬਣ ਜਾਂਦੀ ਹੈ ਬੰਦੇ ਦੀ। ਜਾਗਰਤ ਅਵਸਥਾ ਵਿੱਚ ਬਹਿ ਕੇ ਕੌਣ ਦੇਖਦਾ ਹੈ? ਕਿਤੇ ਇੱਕ ਕਾਰਖਾਨਾ ਚੱਲਦਾ, ਬੜਾ ਤਕੜਾ ਸਿਸਟਮ ਬਣਾਇਆ ਹੋਇਆ, ਜਾਗਦੇ ਬੈਠੇ ਆ, ਦੇਖਦੇ ਵੀ ਆ, ਸੁਣੀ ਵੀ ਜਾ ਰਹੇ ਆ, ਗੱਲਾਂ ਵੀ ਕਰੀ ਜਾ ਰਹੇ ਆ। ਮਨ ਹੁਣੀ ਕਿਤੇ ਤੁਰੇ ਫਿਰਦੇ ਨੇ, ਕਿਸੇ ਦਾ ਕਥਾ ਜਾਂ ਕਿਸੇ ਦਾ ਕਿਤੇ ਹੋਰ ਤੁਰਿਆ ਫਿਰਦਾ। ਇਸ ਕਰਕੇ ਜਦ ਸੌਂ ਗਿਆ ਉਹ ਸੁਪਨ ਅਵਸਥਾ, ਜਾਗਰਤ ਅਵਸਥਾ, ਸੁਖੋਪਤ ਅਵਸਥਾ, ਇਹ ਸਾਰਾ ਕੁਝ ਹੈ ਇਕੱਠ ਰੂਪ ਦੇ ਵਿੱਚ। ਪੁਰੈ ਸਰਬ ਸਾਖੀ ਮੈਂ ਜਾਗਰਤ। ਕਹਿੰਦੇ ਅਸਲ ਵਿੱਚ ਇਹਨਾਂ ਤਿੰਨਾਂ ਦੇ ਮਗਰ ਇੱਕ ਚੀਜ਼ ਬੈਠੀ ਆ, ਸੁਖੋਪਤ ਅਵਸਥਾ ਨੂੰ ਜਾਣਨ ਵਾਲਾ। ਇੱਕ ਗੱਲ ਦੱਸੋ ਸਾਰੇ ਜਾਣੇ, ਮਹਾਰਾਜ ਕਹਿੰਦੇ, ਭਾਈ ਦਇਆ ਸਿੰਘ ਜੀ ਕਹਿੰਦੇ ਵੀ ਜਦੋਂ ਆਪਾਂ ਸੌਂ ਕੇ ਕਹਿੰਦੇ ਆ ਕਿ ਅੱਜ ਮੈਂ ਸੁਪਨਾ ਦੇਖਿਆ, ਕਦੋਂ ਦੇਖਿਆ? ਜਾਗਦੇ ਨੇ ਦੇਖਿਆ ਕਿ ਸੁੱਤੇ ਨੇ ਦੇਖਿਆ? ਦੇਖਦੇ ਤਾਂ ਆਪਾਂ ਅੱਖਾਂ ਨਾਲ ਐ, ਤੇ ਸੌਂ ਕੇ ਸੁਪਨਾ ਦੇਖਿਆ, ਅੱਖਾਂ ਤਾਂ ਤੇਰੀਆਂ ਬੰਦ ਸੀ, ਉਹ ਸੁਪਨਾ ਦੇਖਿਆ ਕਿਹਨੇ ਐ? ਕਹਿੰਦੇ ਉਹ ਦੱਸ ਕੌਣ ਹੈ ਜਿਹੜਾ ਅੰਦਰ ਸੁਪਨਾ ਦੇਖਦਾ ਆਪਣਾ ਸੁੱਤੇ ਪਿਆ ਵੀ। ਤੇ ਫੇਰ ਤੂੰ ਇਹ ਗੱਲ ਵੀ ਉੱਠ ਕੇ ਕਹਿਤੀ ਕਿ ਮੈਨੂੰ ਸੁੱਤਿਆਂ ਪਿਆ ਅੱਜ ਕੋਈ ਸੁਪਨਾ ਹੀ ਨਹੀਂ ਆਇਆ। ਤੂੰ ਤਾਂ ਇੰਨਾ ਸੁੱਤਾ ਸੀ, ਦਰਵਾਜ਼ੇ ਖੜਕਾਏ, ਬੁਰੇ ਹਾਲ ਹੋ ਗਏ, ਜਾਗਿਆ ਹੀ ਨਹੀਂ ਹੈ, ਤੇ ਤੈਨੂੰ ਇਹ ਗੱਲ ਦਾ ਗਿਆਨ ਕਿਵੇਂ ਹੋ ਗਿਆ ਕਿ ਮੈਨੂੰ ਕੋਈ ਵੀ ਸੁਪਨਾ ਨਹੀਂ ਆਇਆ? ਇਹਦਾ ਮਤਲਬ ਇਹਨਾਂ ਦੇ ਪਿੱਛੇ ਇੱਕ ਹੋਰ ਕੈਮਰਾ ਲੱਗਿਆ ਹੋਇਆ ਜਿਹੜਾ ਇਹ ਦੱਸਦਾ ਕਿ ਅੱਜ ਮੈਨੂੰ ਸੁਪਨਾ ਨਹੀਂ ਆਇਆ, ਅੱਜ ਮੈਨੂੰ ਸੁਪਨਾ ਆਇਆ, ਅੱਜ ਹੁਣ ਮੈਂ ਜਾਗਦਾ ਸੀਗਾ। ਇਹ ਤਿੰਨਾਂ ਦੇ ਪਿੱਛੇ ਕੌਣ ਹੈ? ਪੁਰੈ ਸਰਬ ਸਾਖੀ ਮੈਂ ਜਾਗਰਤ। ਉਹ ਜਿਹੜਾ ਨਾ ਸਾਰਿਆਂ ਦਾ ਸਾਖੀ ਰੂਪ ਹੈ, ਆਤਮਾ। ਇਹਨਾਂ ਸਾਰਿਆਂ ਦੇ ਪਿੱਛੇ ਇੱਕ ਆਤਮਾ ਹੀ ਕਰਮ ਕਰਦੀ ਹੈ, ਜਿਹੜੀ ਦੱਸਦੀ ਹੈ ਆਪਾਂ ਨੂੰ ਕਿ ਮੈਨੂੰ ਸੁਪਨਾ ਨਹੀਂ ਆਇਆ। ਵਿਸ਼ਵ ਅਭਿਮਾਨੀ ਕੀ ਲਿਓ ਮਾਨ। ਇਹ ਅਵਸਥਾ ਜਿਹੜੀ ਆ ਨਾ, ਵਿਸ਼ਵ ਅਭਿਮਾਨੀ ਕਹਿੰਦੇ ਨੇ ਇਹਨੂੰ। ਜਦੋਂ ਆਪਾਂ ਅੱਖਾਂ ਦੇ ਨਾਲ ਸੰਸਾਰ ਨੂੰ ਦੇਖ ਰਹੇ ਹੁੰਦੇ ਹਾਂ ਜਾਗਦੇ ਹੋਏ, ਤਾਂ ਇਹਨੂੰ ਕਹਿੰਦੇ ਨੇ ਵਿਸ਼ਵ ਨੂੰ ਦੇਖਣਾ। ਵਿਸ਼ਵ ਅਭਿਮਾਨੀ, ਵਿਸ਼ਵ ਦੇ ਜਾਣਨ ਵਾਲਾ, ਵਿਸ਼ਵ ਦੇ ਦੇਖਣ ਵਾਲਾ। ਅੱਖਾਂ ਦੇ ਅੰਦਰ ਜਿਹੜੀ ਜੋਤ ਕੰਮ ਕਰਦੀ ਹੈ, ਉਹ ਜਿਹੜੇ 42 ਦੱਸੇ ਨੇ ਸ਼ੁਰੂ ਦੇ ਵਿੱਚ, ਉਹਨਾਂ ਵਿੱਚ ਜਿਹੜੇ 14 ਦੇਵਤੇ ਨੇ, ਉਹ ਜਿਹੜੇ ਅੱਖਾਂ ਨੂੰ ਦੇਖਣ ਦਾ ਹੀ ਕੰਮ ਦਿੰਦੇ ਨੇ। ਬਸ ਉਹਨਾਂ ਦਾ ਕੰਮ ਹੀ ਹੈ ਕਿ ਆਪਾਂ ਨੂੰ ਦਿਖਾਉਣਾ। ਕਹਿੰਦੇ ਨੇ ਉਹ ਜਿਹੜੀਆਂ ਦਿਖਾਉਣ ਵਾਲੀਆਂ ਸ਼ਕਤੀ ਹੈ ਨਾ, ਆਤਮਾ ਤੋਂ ਤਾਕਤ ਲੈ ਕੇ ਕਰਮ ਕਰਦੀ ਹੈ, ਉਹ ਉਦੋਂ ਜੀਵ ਵਿਸ਼ਵ ਅਭਿਮਾਨੀ ਹੁੰਦਾ ਹੈ। ਫੂਲ ਸਰੀਰ ਨਾ ਫੂਲ ਵਿਖਣੈ। ਸੋ ਨਾ ਤਾਂ ਹੁਣ ਦੇਖੋ ਅੱਗੇ ਸੁਪਨਾ ਦੱਸਦੇ ਕਿਵੇਂ ਹੈ, ਨਾ ਤਾਂ ਸਥੂਲ ਸਰੀਰ ਹੈ ਤੇ ਨਾ ਹੀ ਸਥੂਲ ਉਹਦੇ ਵਿਸ਼ੇ ਹੁੰਦੇ ਨੇ, ਕਿਉਂਕਿ ਸਥੂਲ ਸਰੀਰ ਤਾਂ ਜਾਗਦਿਆਂ ਹੀ ਹੈ। ਸਥੂਲ ਦਾ ਮਤਲਬ ਜਿਹੜੀ ਦੇਹ ਹੀ ਆਪਣੀ, ਅਤੇ ਸਥੂਲ ਕੋਈ ਵੀ ਕਰਮ ਕਰਦੇ ਆ। ਰੂਪ ਦੇ ਵਿੱਚ ਆਪਾਂ ਕੋਈ ਚੀਜ਼ ਖਾਣੀ ਹੈ, ਸੋਲਿਡ ਚੀਜ਼ ਤਾਂ ਆਪਾਂ ਜਾਗਦੇ ਹੀ ਖਾ ਸਕਦੇ ਹਾਂ। ਜੇ ਕੋਈ ਕਹੇ ਵੀ ਮੈਂ ਤਾਂ ਸੁੱਤਾ ਪਿਆ ਸੀ ਤੇ ਸੁਪਨੇ 'ਚ ਰੋਟੀ ਖਾ ਲਈ, ਤੇ ਹੁਣ ਉੱਠ ਕੇ ਕਿਉਂ ਕਹਿੰਦਾ ਰੋਟੀ ਤਿਆਰ ਹੋ ਗਈ ਕਿ ਨਹੀਂ? ਹੁਣ ਰੱਜਿਆ ਨਹੀਂ ਸੁਪਨੇ 'ਚ ਰੋਟੀ ਖਾ ਕੇ? ਕਹਿੰਦੇ ਉਹ ਸੁਪਨੇ ਵਿੱਚ ਤਾਂ ਅਸਲ ਵਿੱਚ ਖਿਆਲਾਂ ਦੀ ਉਹ ਰੋਟੀ ਖਾਧੀ ਹੋਈ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸੁੱਤਾ ਪਿਆ ਇਹ ਬੰਦਾ, ਉਦੋਂ ਨਾ ਤਾਂ ਸਥੂਲ ਸਰੀਰ, ਸਥੂਲ ਤਾਂ ਸੁੱਤਾ ਹੁੰਦਾ, ਤੇ ਜਿਹੜਾ ਦੂਸਰਾ ਹੁੰਦਾ ਆਪਣਾ ਸਥੂਲ ਵਿਸ਼ੇ, ਉਹ ਵੀ ਨਹੀਂ ਭੋਗ ਰਿਹਾ ਹੁੰਦਾ। ਇਹ ਉਸ ਵਕਤ ਸਿਰਫ ਖਿਆਲੀ ਪਲਾਓ ਬਣਾ ਲੈਂਦਾ ਹੈ। ਸੁਖ ਪਤੀ ਕੋ ਅਭਾਵ ਜਿਸ ਮਾਏ। ਜਿੱਥੇ ਜਾ ਕੇ ਸੁਖੋਪਤ ਅਵਸਥਾ ਤਾਂ ਨਹੀਂ ਹੁੰਦੀ, ਉੱਥੇ ਉਹਦਾ ਤਾਂ ਅਭਾਵ ਹੋਇਆ ਹੁੰਦਾ, ਭਾਵ ਉਹ ਤਾਂ ਖਤਮ ਹੋਈ ਹੁੰਦੀ ਹੈ। ਸੁਪਨੇ ਲੈ ਲੈ ਕੇ ਖੁਸ਼ ਰਹਿੰਦਾ ਹੈ। ਜੇ ਚੋਦੈ ਅਧਿਆਤਮਾਦ ਕੀ ਰਹਿਤ ਸਮਗਰ ਵਾਸ਼ਨਾ ਜਾਏ। ਉਹ ਜਿੱਥੇ ਜਿਹੜੇ 14 ਨੇ ਨਾ ਅਧਿਆਤਮ, 14 ਜਿਹੜੀਆਂ ਆਪਣੇ ਇੰਦਰੀਆਂ ਦਾ ਸਮੂਹ ਹੈ, ਤੇ ਇਹਨਾਂ ਦੇ ਵਿੱਚ ਵਿਸ਼ੇ ਵਾਸ਼ਨਾ ਵਸਦੀ ਹੈ। ਅੱਖਾਂ ਜਿਹੜੀਆਂ ਨੇ, ਇਹਨਾਂ ਨੂੰ ਮਹਾਰਾਜ ਨੇ ਬੜਾ ਸਮਝਾਇਆ। ਨੇਤਰੋ ਮੇਰੇ ਹਰ ਤੁਮ ਮੈਂ ਜੋਤ ਧਰੀ, ਹਰ ਬਿਨਵਰ ਨਾ ਦੇਖੋ ਕੋਈ, ਸ਼ਰਵਣੋ ਮੇਰਿਓ ਇਹ ਨੇਤਰੋ ਮੇਰਿਓ ਇਹ ਮੇਰੀ ਰਸਨਾ। ਉਹ ਕਿੱਧਰ ਜਾ ਰਹੇ ਹੋ ਤੁਸੀਂ ਸਾਰੇ ਜਾਣੇ? ਸਤਿਗੁਰੂ ਇਹਨਾਂ ਨੂੰ ਸਮਝਾਉਂਦੇ ਨੇ। ਇਹ 14 ਦੇ ਵਿੱਚ ਵਿਸ਼ਾ ਵਸਦਾ ਹੈ, ਤੇ 14 ਦੇਵਤੇ ਜਿਹੜੇ ਇਹਨਾਂ ਨੂੰ ਉਸ ਪਾਸੇ ਨੂੰ ਲੈ ਕੇ ਜਾਂਦੇ, ਉਹਨਾਂ ਨੂੰ ਦੇਵ ਜਿਹੜਾ ਪ੍ਰਕਾਸ਼ ਕਰਦਾ ਉਹਨਾਂ ਨੂੰ। ਇਸ ਤਰ੍ਹਾਂ ਕਹਿੰਦੇ ਇਹਦਾ ਵਿਸ਼ਾ ਜਿਹੜਾ ਵਸਦਾ ਹੈ, ਉਹ ਇਹਨੂੰ ਵਿਸ਼ਿਆਂ ਵੱਲ ਨੂੰ ਪ੍ਰੇਰਿਤ ਕਰਦਾ ਹੈ। ਅਵਿਦਿਆਮਈ ਸੂਖਮ ਵਿਵਹਾਰ ਜੋ। ਸੋ ਅਵਿਦਿਆਮਈ ਸੂਖਮ ਵਿਵਹਾਰ ਹੀ ਕਰਦਾ ਸੁੱਤਾ ਪਿਆ ਇਹ। ਫੁਰੈ ਅਮੂਰਤ ਸਾਖੀ ਮਾਏ। ਤੇ ਇਹਨੂੰ ਅਮੂਰਤ ਫੁਰਦਾ ਹੈ।
ਅਮੂਰਤ ਹੁੰਦਾ, ਮੂਰਤ ਤਾਂ ਸਾਹਮਣੇ ਆਪਾਂ ਨਜ਼ਰ ਆ ਰਹੀ ਜਿਹੜੀ ਚੀਜ਼ਾਂ ਜਾਗਦਿਆਂ ਨੂੰ, ਤੇ ਸੁੱਤਿਆਂ ਪਿਆ ਜਿਹੜੀ ਚੀਜ਼ ਆਪਾਂ ਨੂੰ ਨਜ਼ਰ ਆਉਂਦੀ ਹੈ, ਵਾਸਤਵ ਦੇ ਵਿੱਚ ਉਹ ਮੂਰਤ ਨਹੀਂ ਹੁੰਦੀ, ਉਹ ਜਿਹੜੀ ਜਾਗਦਿਆਂ ਦਿਖਦੀ ਹੈ, ਕਿਉਂਕਿ ਉਹ ਤਾਂ ਇੱਕ ਖਿਆਲ ਮਾਤਰ ਸੁਪਨਾ ਜਿਹਾ ਆਇਆ ਹੁੰਦਾ। ਪਰ ਉਹ ਖਿਆਲ ਮਾਤਰ ਨੂੰ ਵੀ ਸਾਡਾ ਸਾਖੀ ਰੂਪ ਜਿਹੜਾ ਆਤਮਾ ਹੈ ਉਹੀ ਦੇਖ ਕੇ ਦੱਸਦਾ ਉੱਠ ਕੇ ਵੀ ਮੈਨੂੰ ਬੜਾ ਚੰਗਾ ਸੁਪਨਾ ਆਇਆ। ਤੈਜਸ ਅਭਿਮਾਨੀ ਕੀ ਜਾਨੋ, ਇਹਨੂੰ ਕਹਿੰਦੇ ਤੈਜਸਵ ਅਭਿਮਾਨੀ। ਇੱਥੇ ਥੋੜੀ ਥੋੜੀ ਵਿਆਖਿਆ ਹੈ ਇਹਦੀ, ਆਪਾਂ ਜਿੰਨੀ ਕੁ ਸੁਣ ਰਹੇ ਹਾਂ ਨਾ। ਅਸਲ ਵਿੱਚ ਜਪਜੀ ਸਾਹਿਬ ਜਦੋਂ ਕਥਾ ਹੋਈ ਸੀ ਅੰਮ੍ਰਿਤ ਵੇਲੇ, ਕਿਉਂਕਿ ਜ਼ਿਆਦਾ ਸੰਗਤ ਤਾਂ ਸ਼ਾਮ ਨੂੰ ਆਉਂਦੀ ਹੈ, ਸਵੇਰੇ ਸਵੇਰੇ ਜਪਜੀ ਸਾਹਿਬ ਦੀ ਜਦੋਂ ਕਥਾ ਹੋਈ ਸੀ ਨਾ, ਉਹਦੇ ਅੰਦਰ ਇਹਦਾ ਬਹੁਤ ਜ਼ਿਆਦਾ ਵਿਸਥਾਰ ਹੈ। ਜਪਜੀ ਸਾਹਿਬ ਦੀਆਂ ਪਹਿਲੀਆਂ 10 ਕੈਸਟਾਂ 15 ਤਾਂ ਇਸੇ ਨਾਲ ਹੀ ਭਰੀਆਂ ਹੋਈਆਂ ਨੇ। ਇਹ ਜੇ ਪਹਿਲੀ ਵਾਰ ਨਹੀਂ ਸਮਝਿਆ ਦੁਬਾਰਾ ਸੁਣੋ, ਫੇਰ ਨਹੀਂ ਸਮਝਿਆ ਫਿਰ ਤੀਜੀ ਵਾਰ ਸੁਣੋ। ਹੁਣ ਸਾਨੂੰ ਵੀ ਤਾਂ ਕਰਦਿਆਂ ਨੂੰ ਘੱਟੋ ਘੱਟ ਵੀ 27-28 ਸਾਲ ਹੋ ਗਏ, ਹਲੇ ਵੀ ਮਾੜਾ ਮਾੜਾ ਕਈ ਵਾਰ ਸਮਝ ਨਹੀਂ ਪੈਂਦਾ। ਪਰ ਹੌਲੀ ਹੌਲੀ ਜਿਉਂ ਬੰਦੇ ਦੀ ਉਮਰ ਲੰਘਦੀ ਹੈ, ਕੁਛ ਗਿਆਨ ਹੁੰਦਾ ਕਈ ਗੱਲਾਂ ਦਾ, ਫਿਰ ਅਭਿਆਸ ਕਰਦੇ ਆ, ਫਿਰ ਅਭਿਆਸ ਕਰਦੇ ਆ, ਤਾਂ ਕਿਤੇ ਮਾੜਾ ਜਿਹਾ ਇਹਨਾਂ ਗੱਲਾਂ ਦਾ ਸਮਝ ਪੈਂਦਾ ਹੈ। ਸੁਪਨ ਅਵਸਥਾ ਕਹੀਐ ਤਾਏ, ਸੋ ਇਹ ਜਿਹੜਾ ਤੈਜਸਵ ਦਾ ਅਭਿਮਾਨੀ ਜਾਣੋ, ਕਹਿੰਦੇ ਇਹਨੂੰ ਸੁਪਨ ਅਵਸਥਾ ਕਿਹਾ ਜਾਂਦਾ ਹੈ, ਜਿਹੜਾ ਸਿਰਫ ਦੇਖਦਾ ਹੈ ਸੁੱਤਿਆਂ ਪਿਆ। ਸਮਗਰ ਵਾਸ਼ਨਾ ਮਈ ਜੋ ਅਮੂਰਤ, ਹੁਣ ਜਿਹੜੀਆਂ ਸਮਗਰ ਵਾਸ਼ਨਾਵਾਂ ਨੇ ਸਾਡੀਆਂ, ਉਹਦੇ ਵਿੱਚ ਜੋ